ਦੋਸਤੋ ਹਾਜ਼ਰ ਹਾਂ ਇੱਕ ਹੋਰ ਵੀਡੀਓ ਰਿਪੋਰਟ ਲੈ ਕੇ ਚੈਨਲ ਰਿਤੇਸ਼ ਲੱਖੀ ਅਨਪਲੱਗ ਦੀ ਮੇਰੀ ਅੱਜ ਦੀ ਇਸ ਵੀਡੀਓ ਰਿਪੋਰਟ ਵਿੱਚ ਮੈਂ ਗੱਲਬਾਤ ਕਰਾਂਗਾ ਗੈਂਗਸਟਰ ਦਲੇਰ ਕੋਟੀਆ ਬਾਰੇ। ਉਹੀ ਗੈਂਗਸਟਰ ਦਲੇਰ ਕੋਟੀਆ ਜੋ ਕਿ ਅਮਰੀਕਾ ਦੇ ਕੈਲੀਫੋਰਨੀਆ ਦੇ ਕਿਸੇ ਸ਼ਹਿਰ ਤੋਂ ਬੈਠ ਕੇ ਇਸ ਵਕਤ ਰੰਗਦਾਰੀਆਂ ਦਾ ਫਿਰੌਤੀਆਂ ਦੀ ਵਸੂਲੀ ਦਾ ਗੋਰਖ ਧੰਦਾ ਚਲਾਉਂਦਾ ਆ ਰਿਹਾ ਹੈ ਤੇ ਅੱਜ ਇਸ ਰਿਪੋਰਟ ਨੂੰ ਬਣਾਉਣ ਦਾ ਸਬਬ ਇਹ ਹੈ ਕਿ ਦਲੇਰ ਕੋਟੀਆ ਦੀ ਗ੍ਰਿਫਤਾਰੀ ਜਾਂ ਉਸ ਦੀ ਡਿਟੈਂਸ਼ਨ ਜੋ ਕਿ ਅਮਰੀਕੀ ਅਥਾਰਟੀਜ਼ ਵੱਲੋਂ ਕੀਤੀ ਗਈ ਹੋ ਸਕਦੀ ਹੈ। ਕੁਝ ਅਨਕਨਫਰਮਡ ਰਿਪੋਰਟਸ ਖਬਰਾਂ ਮੇਰੇ ਕੋਲ ਆਈਆਂ ਨੇ, ਮੇਰੇ ਸੂਤਰਾਂ ਵੱਲੋਂ ਮੈਨੂੰ ਕੁਝ ਤਸਵੀਰਾਂ ਭੇਜੀਆਂ ਗਈਆਂ ਨੇ, ਇੱਕ ਵੀਡੀਓ ਵੀ ਹਾਸਲ ਹੋਇਆ ਹੈ ਤੇ ਮੰਨਿਆ ਇਹ ਜਾ ਰਿਹਾ ਹੈ ਕਿ ਦਲੇਰ ਕੋਟੀਆ ਨੂੰ ਯੂਐਸ ਦੇ ਵਿੱਚ ਅਮਰੀਕਾ ਦੇ ਵਿੱਚ ਡਿਟੇਨ ਕੀਤਾ ਗਿਆ ਹੈ। ਇਸ ਚੀਜ਼ ਦੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਭਾਰਤੀ ਜਾਂਚ ਏਜੰਸੀਆਂ ਜਿਨ੍ਹਾਂ ਨੂੰ ਦਲੇਰ ਕੋਟੀਆ ਦੀ ਭਾਲ ਹੈ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਅਤੇ ਹਰਿਆਣਾ ਦੀ ਕਰਨਾਲ ਪੁਲਿਸ ਜਿਸ ਦੇ ਇਲਾਕੇ ਦੇ ਵਿੱਚ ਜ਼ਿਆਦਾਤਰ ਦਲੇਰ ਕੋਟੀਆ ਦੇ ਅਪਰਾਧ ਉਸ ਦੇ ਜੁਰਮ ਕੇਂਦਰਿਤ ਹੈਗੇ ਨੇ, ਉਹਨਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਦਲੇਰ ਕੋਟੀਆ ਨੂੰ ਕਿਸੇ ਤਰੀਕੇ ਦੇ ਨਾਲ ਅਮਰੀਕਾ ਤੋਂ ਵਾਪਸ ਭਾਰਤ ਲਿਆਂਦਾ ਜਾ ਸਕੇ ਤੇ ਉਸ ਦੇ ਖਿਲਾਫ ਮੁਕੱਦਮੇ ਚਲਾਏ ਜਾ ਸਕਣ। ਐਨਆਈਏ ਨੇ ਉਸ ਦੇ ਉੱਤੇ ਕੁਝ ਲੱਖ ਦਾ ਇਨਾਮ ਵੀ ਕੁਝ ਮਹੀਨੇ ਪਹਿਲਾਂ ਐਲਾਨਿਆ ਸੀ ਤੇ ਇਸ ਤੋਂ ਇਲਾਵਾ ਐਨਆਈਏ ਦੀ ਜਿਹੜੀ 26 ਜਾਂ 28 ਅਪਰਾਧੀਆਂ ਦੀ ਸੂਚੀ ਸੀ ਉਸ ਵਿੱਚ ਵੀ ਦਲੇਰ ਕੋਟੀਆ ਦਾ ਨਾਮ ਪ੍ਰਮੁੱਖਤਾ ਦੇ ਨਾਲ ਸ਼ਾਮਲ ਹੋਇਆ ਸੀ। ਲੇਕਿਨ ਐਜ਼ ਵੀ ਸਪੀਕ ਇਹਨਾਂ ਤਸਵੀਰਾਂ ਜਿਨ੍ਹਾਂ ਨੂੰ ਮੈਂ ਤੁਹਾਨੂੰ ਦਿਖਾਇਆ ਹੈ, ਇਹਨਾਂ ਤਸਵੀਰਾਂ ਤੋਂ ਇਲਾਵਾ ਦਲੇਰ ਕੋਟੀਆ ਦੀ ਡਿਟੈਂਸ਼ਨ ਜਾਂ ਅਰੈਸਟ ਨੂੰ ਲੈ ਕੇ ਕੋਈ ਕਨਫਰਮੇਸ਼ਨ ਨਹੀਂ ਹੈ। ਇਸ ਚੀਜ਼ ਨੂੰ ਮੈਂ ਬਾਰ-ਬਾਰ ਇੱਥੇ ਪੁਆਇੰਟ ਆਊਟ ਕਰਨਾ ਚਾਹਾਂਗਾ। ਭਾਰਤ ਦੀਆਂ ਜਾਂਚ ਏਜੰਸੀਆਂ ਤੇ ਪੁਲਿਸ ਦੇ ਅਫਸਰਾਂ ਦੇ ਨਾਲ ਜਿਹੜੀ ਜਿੰਨੀ ਗੱਲਬਾਤ ਹੋਈ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਫਿਲਹਾਲ ਨਹੀਂ ਹੈ। ਅਮਰੀਕਾ ਦੇ ਵਿੱਚ ਦਲੇਰ ਕੋਟੀਆ ਦਾ ਇੱਕ ਪਾਰਟਿਕੂਲਰ ਸਟੇਟਸ ਸੀ, ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਾਂ ਫਰਜ਼ੀ ਪਛਾਣ ਦੇ ਜ਼ਰੀਏ ਅਮਰੀਕਾ ਨਹੀਂ ਪਹੁੰਚਿਆ। ਅਮਰੀਕਾ ਦੇ ਵਿੱਚ ਉਸ ਕੋਲ ਕੋਈ ਨਾ ਕੋਈ ਅਜਿਹਾ ਸਟੇਟਸ ਸੀ ਜਿਸ ਦੇ ਕਾਰਨ ਉਸ ਦੀ ਡੀਪੋਰਟੇਸ਼ਨ ਐਡੀ ਸੌਖੀ ਨਹੀਂ ਹੋਏਗੀ। ਇਸ ਚੀਜ਼ ਨੂੰ ਸਮਝਿਆ ਜਾਣਾ ਜ਼ਰੂਰੀ ਹੈ। ਇਹ ਇੱਕ ਐਕਸਟ੍ਰੈਡੀਸ਼ਨ ਦਾ ਕੇਸ ਹੈ ਜਿਸ ਲਈ ਇੱਕ ਐਕਸਟੈਂਡਡ ਲੀਗਲ ਪ੍ਰੋਸੀਡਿੰਗ ਅੱਗੇ ਤੁਰੇਗੀ। ਬੇਸ਼ੱਕ ਦਲੇਰ ਕੋਟੀਆ ਭਾਰਤ ਦੇ ਵਿੱਚ ਭਾਰਤੀ ਜਾਂਚ ਏਜੰਸੀਆਂ ਵੱਲੋਂ ਮੋਸਟ ਵਾਂਟਡ ਹੈ। ਪਿਛਲੇ ਹੀ ਹਫਤੇ ਖਬਰ ਇਹ ਆਈ ਸੀ, ਇਨਫੈਕਟ 2 ਹਫ਼ਤੇ ਪਹਿਲਾਂ ਖਬਰ ਆਈ ਸੀ ਜਦੋਂ ਅਸੰਧ ਤੇ ਕਰਨਾਲ ਪੁਲਿਸ ਵੱਲੋਂ ਇਹ ਮੀਡੀਆ ਦੇ ਵਿੱਚ ਜਾਣਕਾਰੀ ਨਸ਼ਰ ਕੀਤੀ ਗਈ ਕਿ ਦਲੇਰ ਕੋਟੀਆ ਨੂੰ ਭਾਰਤ ਵਿੱਚ ਲਿਆਉਣ ਲਈ ਉਹਨਾਂ ਨੇ ਅਮਰੀਕਾ ਦੀ ਅਦਾਲਤ ਦੇ ਵਿੱਚ ਅਰਜ਼ੀ ਪਾਈ ਹੈ। ਸੋ ਅੱਜ ਆਪਾਂ ਦਲੇਰ ਕੋਟੀਆ ਦਾ ਥੋੜਾ ਜਿਹਾ ਅਪਰਾਧਿਕ ਬੈਕਗ੍ਰਾਉਂਡ ਟਰੈਕ ਕਰਾਂਗੇ। ਵੱਡੀਆਂ ਵਾਰਦਾਤਾਂ ਦੇ ਵਿੱਚ ਦਲੇਰ ਕੋਟੀਆ ਦੀ ਕੋਈ ਖਾਸ ਇਨਵੋਲਵਮੈਂਟ ਨਹੀਂ ਰਹੀ ਹੈ, ਲੇਕਿਨ ਕਰਨਾਲ ਦੇ ਇਲਾਕੇ, ਅਸੰਧ ਦੇ ਇਲਾਕੇ ਦੇ ਵਿੱਚ ਵਿਸ਼ੇਸ਼ ਤੌਰ ਤੇ ਡਾਕਟਰਾਂ ਤੋਂ ਰੰਗਦਾਰੀਆਂ ਮੰਗਣ ਵਸੂਲਣ, ਕਈ ਕੇਸਾਂ ਦੇ ਵਿੱਚ ਇਹ ਕ੍ਰਿਮੀਨਲ ਇਹਨਾਂ ਰੰਗਦਾਰੀਆਂ ਨੂੰ ਵਸੂਲਣ ਦੇ ਵਿੱਚ ਕਾਮਯਾਬ ਵੀ ਰਿਹਾ ਤੇ ਇਸ ਨੇ ਕੁਝ ਕਲੀਨਿਕਸ ਦੇ ਉੱਤੇ ਗੋਲੀਆਂ ਵੀ ਪਿਛਲੇ ਸਾਲ ਯਾਨੀ ਸਾਲ 2022 ਦੌਰਾਨ ਚਲਾਈਆਂ। ਦਲੇਰ ਕੋਟੀਆ ਨੂੰ ਅੱਜ ਥੋੜਾ ਜਿਹਾ ਐਗਜ਼ਾਮਿਨ ਕਰਨ ਦੀ ਕੋਸ਼ਿਸ਼ ਕਰਾਂਗੇ, ਉਸ ਦੀ ਪ੍ਰੋਫਾਈਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਮਝਾਂਗੇ ਕਿ ਕਿਹੜੇ-ਕਿਹੜੇ ਗੈਂਗ ਨਾਲ ਜੁੜਿਆ ਹੋਇਆ ਹੈ ਤੇ ਇੱਕ ਬਹੁਤ ਹੀ ਦਿਲਚਸਪ ਘਟਨਾਕ੍ਰਮ ਜੋ ਕਿ ਕੌਸ਼ਲ ਚੌਧਰੀ ਬੰਬੀਹਾ ਗੈਂਗ ਦੇ ਨਾਲ ਉਸ ਨੂੰ ਜੋੜਦਾ ਹੈ। ਕਿਵੇਂ ਇਸ ਗੈਂਗ ਦੇ ਨਾਲ ਇਸ ਦੇ ਮਤਭੇਦ ਪਿਛਲੇ ਕੁਝ ਸਾਲਾਂ ਮਹੀਨਿਆਂ ਦੌਰਾਨ ਵਧੇ, ਉਹ ਘਟਨਾ ਤੇ ਉਹ ਕਾਰਨ ਕੀ ਸੀ, ਇਸ ਨੂੰ ਵੀ ਐਗਜ਼ਾਮਿਨ ਕਰਨ ਦੀ ਅੱਜ ਦੀ ਇਸ ਰਿਪੋਰਟ ਦੇ ਵਿੱਚ ਕੋਸ਼ਿਸ਼ ਹੋਏਗੀ। ਸੋ ਅੱਜ ਆਪਾਂ ਗੱਲ ਕਰਾਂਗੇ ਦਲੇਰ ਕੋਟੀਆ ਦੀ ਜੋ ਕਿ ਕਰਨਾਲ ਜ਼ਿਲ੍ਹਾ, ਹਰਿਆਣਾ ਦਾ ਕਰਨਾਲ ਜ਼ਿਲ੍ਹਾ, ਉੱਥੋਂ ਦੇ ਅਸੰਧ ਦਾ ਰਹਿਣ ਵਾਲਾ ਹੈ। ਅਸੰਧ ਦੇ ਵਿੱਚ ਇਸ ਦਾ ਪਰਿਵਾਰ, ਇਸ ਦੀ ਪੂਰੀ ਰਿਸ਼ਤੇਦਾਰੀ ਬੇਸਡ ਹੈ। ਇਹ ਦੱਸਿਆ ਜਾਂਦਾ ਹੈ ਕਿ ਦਲੇਰ ਕੋਟੀਆ ਦੇ ਪਿਤਾ ਨੇ ਉਸ ਨੂੰ ਕਿਸੇ ਸਮੇਂ ਇੱਕ ਕੈਮਿਸਟ ਦੀ ਦੁਕਾਨ ਖੁਲਵਾ ਕੇ ਦਿੱਤੀ ਸੀ, ਲੇਕਿਨ ਕੈਮਿਸਟ ਦੀ ਦੁਕਾਨ ਚਲਾਉਣ ਦੀ ਬਜਾਏ ਦਲੇਰ ਕੋਟੀਆ ਗੈਰ ਕਾਨੂੰਨੀ ਗਤੀਵਿਧੀਆਂ ਦੇ ਵਿੱਚ ਇਨਵੋਲਵ ਹੋਇਆ। ਸ਼ੁਰੂਆਤੀ ਲੈਵਲ ਦੇ ਉੱਤੇ ਕੁਝ ਛੋਟੇ-ਮੋਟੇ ਝਗੜੇ ਹੋਏ। ਇਹ ਦੱਸਿਆ ਜਾਂਦਾ ਹੈ ਕਿ ਦਲੇਰ ਕੋਟੀਆ ਵੱਲੋਂ ਕਿਸੇ ਪੁਲਿਸ ਅਫਸਰ ਦੀ ਕੁੱਟਮਾਰ ਵੀ ਕੀਤੀ ਗਈ। ਇੱਕ ਸਮਾਂ ਇੱਕ ਘਟਨਾ ਜਿਹੀ ਦੱਸੀ ਜਾਂਦੀ ਹੈ ਕਿ ਉਸ ਦੇ ਇੱਕ ਸਾਥੀ, ਉਸ ਦਾ ਇੱਕ ਮਿੱਤਰ ਜੋ ਕਿ ਸਿੱਖ ਸੀ, ਕੇਸਧਾਰੀ ਸਿੱਖ, ਉਸ ਦੀ ਜਦੋਂ ਪਗੜੀ ਉਤਰਵਾਈ ਗਈ, ਇਸ ਦੇ ਵਿਰੋਧ ਕਰਨ ਦੇ ਚੱਕਰ ਦੇ ਵਿੱਚ ਵੀ ਦਲੇਰ ਕੋਟੀਆ ਦੀ ਕੁੱਟਮਾਰ ਹੋਈ। ਵਿਅਕਤੀਆਂ ਦੇ ਨਾਲ ਇਸ ਨੇ ਲੜਾਈ ਝਗੜੇ ਕੀਤੇ। ਪੁਲਿਸ ਅਧਿਕਾਰੀ ਦੇ ਨਾਲ, ਪੁਲਿਸ ਕਰਮਚਾਰੀ ਦੇ ਨਾਲ ਕੁੱਟਮਾਰ ਇੱਕ ਗੰਭੀਰ ਕੇਸ ਸੀ ਜਿਸ ਤੋਂ ਬਾਅਦ ਦਲੇਰ ਕੋਟੀਆ ਨੂੰ ਜੇਲ੍ਹ ਵੀ ਜਾਣਾ ਪਿਆ। ਲੇਕਿਨ ਦਲੇਰ ਕੋਟੀਆ ਦੇ ਅਪਰਾਧ ਦੀ ਜਿਹੜੀ ਕੁੰਡਲੀ ਹੈ ਉਹ ਬੇਸਿਕਲੀ ਸ਼ਰਾਬ ਦੇ ਅਵੈਧ ਕਾਰੋਬਾਰ ਤੋਂ ਸ਼ੁਰੂ ਹੁੰਦੀ ਹੈ। ਉੱਤਰ ਪ੍ਰਦੇਸ਼ ਤੇ ਹੋਰ ਰਾਜਾਂ ਤੋਂ ਹਰਿਆਣੇ ਦੇ ਵਿੱਚ ਹੋਣ ਵਾਲੀ ਸ਼ਰਾਬ ਦੀ ਅਵੈਧ ਨਜਾਇਜ਼ ਸ਼ਰਾਬ ਦੀ ਸਮਗਲਿੰਗ ਦਾ ਗੋਰਖ ਧੰਦਾ ਦਲੇਰ ਕੋਟੀਆ ਵੱਲੋਂ ਚਲਾਇਆ ਗਿਆ। ਬਾਅਦ ਦੇ ਵਿੱਚ ਕੁਝ ਘਟਨਾਵਾਂ ਅਜਿਹੀਆਂ ਰਹੀਆਂ, ਇਸੇ ਸ਼ਰਾਬ ਦੀ ਤਸਕਰੀ ਦੇ ਚੱਕਰ ਦੇ ਵਿੱਚ ਇੱਕ ਝਗੜਾ ਹੁੰਦਾ ਤੇ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਇਹ ਪਹਿਲਾ ਮੁਕੱਦਮਾ ਦੱਸਿਆ ਗਿਆ ਜੋ ਕਿ ਦਲੇਰ ਕੋਟੀਆ ਦੇ ਖਿਲਾਫ ਰਜਿਸਟਰ ਕੀਤਾ ਗਿਆ। ਇਸ ਤੋਂ ਇਲਾਵਾ ਹੋਰ ਕੁਝ ਰਾਜਾਂ ਜਿਨ੍ਹਾਂ ਦੇ ਵਿੱਚ ਹਿਮਾਚਲ ਪ੍ਰਦੇਸ਼ ਤੇ ਆਲੇ ਦੁਆਲੇ ਦੇ ਹਰਿਆਣਾ ਵਰਗੇ ਰਾਜ ਸੀ, ਇਹਨਾਂ ਦੇ ਵਿੱਚ ਦਲੇਰ ਕੋਟੀਆ ਨੇ ਜ਼ਿਆਦਾ ਆਪਰੇਟ ਕੀਤਾ। ਅੱਜ ਤੋਂ ਕੁਝ ਸਾਲ ਪਹਿਲਾਂ 2019 ਦੇ ਵਿੱਚ ਦਲੇਰ ਕੋਟੀਆ ਅਮਰੀਕਾ ਲੰਘ ਜਾਂਦਾ ਹੈ। ਅਮਰੀਕਾ ਦੇ ਵਿੱਚ ਇਸ ਦਾ ਟਰੱਕਿੰਗ ਦਾ ਕਾਰੋਬਾਰ ਹੈ। ਇਨਫੈਕਟ ਆਪਣਾ ਇੱਕ ਟਰੱਕ ਹੈ ਜਿਸ ਨੂੰ ਆਪਰੇਟ ਵੀ ਖੁਦ ਕਰਦਾ ਹੈ। ਉੱਥੇ ਇਹ ਵੈਲ ਸੈਟਲਡ ਹੈ ਤੇ ਇਸ ਦਾ ਇੱਕ ਸਟੇਟਸ ਹੈ। 2019 ਦੇ ਵਿੱਚ ਅਮਰੀਕਾ ਨਿਕਲਣ ਤੋਂ ਪਹਿਲਾਂ ਇਸ ਦੇ ਖਿਲਾਫ ਅਪਰਾਧਿਕ ਮੁਕੱਦਮੇ ਦਰਜ ਹੋਣੇ ਸ਼ੁਰੂ ਹੋ ਚੁੱਕੇ ਸੀ। ਜੇ ਆਪਾਂ ਅੰਡਰਵਰਲਡ ਦੇ ਇਸ ਦੇ ਕੰਟੈਕਟਸ ਦੀ ਗੱਲ ਕਰੀਏ ਤਾਂ ਦਲੇਰ ਕੋਟੀਆ ਦਾ ਜਿਹੜਾ ਕੰਟੈਕਟ ਪੰਜਾਬ ਦੇ ਵਿੱਚ ਹੁੰਦਾ ਹੈ ਉਹ ਹੁੰਦਾ ਵਿੱਕੀ ਗੌਂਡਰ ਤੇ ਸ਼ੇਰਾ ਖੁੱਬਣ ਗੈਂਗ ਦੇ ਨਾਲ।
ਇਹ ਦੱਸਿਆ ਜਾਂਦਾ ਹੈ ਕਿ ਦਲੇਰ ਕੋਟੀਆ ਦਾ ਕੋਈ ਰਿਸ਼ਤੇਦਾਰ ਉਸ ਦੀ ਪੋਸੀਬਲੀ ਮਾਸੀ ਦਾ ਬੇਟਾ ਸੀ, ਜਿਸ ਨੇ ਵਿੱਕੀ ਗੌਂਡਰ ਦੇ ਨਾਲ ਮੁਲਾਕਾਤ ਕਰਾਈ ਦਲੇਰ ਕੋਟੀਆ ਦੀ। ਇਸੇ ਵਿਅਕਤੀ ਕੋਲ ਵਿੱਕੀ ਗੌਂਡਰ ਠਹਿਰਾਂ ਕੱਟਣ ਲਈ ਉੱਤਰ ਪ੍ਰਦੇਸ਼ ਦੇ ਕੁਝ ਸ਼ਹਿਰਾਂ ਦੇ ਵਿੱਚ ਰਿਹਾ ਕਰਦਾ ਸੀ, ਜਿਸ ਵਕਤ ਉਹ ਫਰਾਰੀ ਕੱਟ ਰਿਹਾ ਸੀ। ਸੋ ਵਿੱਕੀ ਗੌਂਡਰ ਤੇ ਦਲੇਰ ਕੋਟੀਆ ਦਾ ਇੱਕ ਕੰਟੈਕਟ ਹੈ, ਜਿਸ ਦੇ ਕਾਰਨ ਦਲੇਰ ਕੋਟੀਆ ਨੂੰ ਦਵਿੰਦਰ ਬੰਬੀਹਾ ਗੈਂਗ ਦੇ ਨਾਲ ਜੋੜ ਕੇ ਦੇਖਿਆ ਗਿਆ। ਲੇਕਿਨ ਉਹਨਾਂ ਸਾਲਾਂ ਤੇ ਉਹਨਾਂ ਸਮਿਆਂ ਦੇ ਵਿੱਚ ਦਲੇਰ ਕੋਟੀਏ ਦੇ ਖਿਲਾਫ ਦਵਿੰਦਰ ਬੰਬੀਹਾ ਗੈਂਗ ਜਾਂ ਵਿੱਕੀ ਗੌਂਡਰ ਜਾਂ ਸ਼ੇਰਾ ਖੁੱਬਣ ਗੈਂਗ ਲਈ ਕੋਈ ਵਾਰਦਾਤ ਵੱਡੀ ਕੀਤੀ ਗਈ ਹੋਵੇ, ਕੋਈ ਇਸ ਤਰੀਕੇ ਦੀ ਕੋਲੈਬੋਰੇਸ਼ਨ ਇਹਨਾਂ ਦੀ ਹੋਵੇ, ਇਸ ਚੀਜ਼ ਦੀ ਕੋਈ ਜਾਣਕਾਰੀ ਮੇਰੇ ਕੋਲ ਨਹੀਂ ਹੈ ਤੇ ਨਾ ਹੀ ਸ਼ਾਇਦ ਅਜਿਹੀ ਕੋਈ ਘਟਨਾ ਹੋਈ। 2019 ਤੋਂ ਪਹਿਲਾਂ ਜਿਹੜੀਆਂ ਵੀ ਘਟਨਾਵਾਂ ਦਲੇਰ ਕੋਟੀਆ ਦੀਆਂ ਰਹੀਆਂ, ਉਹਨਾਂ ਦੇ ਵਿੱਚ ਜ਼ਿਆਦਾ ਘਟਨਾਵਾਂ ਹਰਿਆਣਾ, ਕਰਨਾਲ ਤੇ ਅਸੰਧ ਦੀਆਂ ਰਹੀਆਂ। ਲੇਕਿਨ ਅਮਰੀਕਾ ਤੋਂ ਬੈਠ ਕੇ, ਅਮਰੀਕਾ ਦੇ ਵਿੱਚ ਚੰਗਾ ਖਾਸਾ ਟਰੱਕਿੰਗ ਦਾ ਕੰਮ ਇਸਨੇ ਕਰਨਾ ਸ਼ੁਰੂ ਕਰਤਾ ਸੀ, ਲੇਕਿਨ ਉੱਥੋਂ ਬੈਠ ਕੇ ਕੌਸ਼ਲ ਚੌਧਰੀ ਗੈਂਗ, ਦਵਿੰਦਰ ਬੰਬੀਹਾ, ਲੱਕੀ ਪਟਿਆਲ, ਕੌਸ਼ਲ ਚੌਧਰੀ ਗੈਂਗ ਦੀ ਲੀਕ ਸਾਰੇ ਆਪਾਂ ਜਾਣਦੇ ਹਾਂ ਕਿ ਇਕੱਠੇ ਕੰਮ ਕਰਦੇ ਨੇ। ਕੌਸ਼ਲ ਚੌਧਰੀ ਗੈਂਗ ਦੇ ਲਈ ਮਲਟੀਪਲ ਮੋਬਾਈਲ ਨੰਬਰਸ ਤੋਂ ਅਮਰੀਕਾ ਤੋਂ ਬੈਠ ਕੇ ਰੰਗਦਾਰੀਆਂ ਵਸੂਲਣ ਦਾ, ਆਪਸ ਦੀ ਅਪਰਾਧਿਕ ਗਤੀਵਿਧੀਆਂ ਦੀ ਨੈਟਵਰਕਿੰਗ ਤੇ ਕੋਆਰਡੀਨੇਸ਼ਨ ਦਾ ਕੰਮ ਦਲੇਰ ਕੋਟੀਆ ਨੇ ਪਿਛਲੇ ਕਈ ਸਾਲ ਕੀਤਾ ਹੈ। 2022 ਤੋਂ ਪਹਿਲਾਂ ਇਹ ਮੰਨਿਆ ਜਾਂਦਾ ਤੇ ਇਸ ਚੀਜ਼ ਦੀ ਬਹੁਤ ਸੇ ਪੱਕੇ ਸਬੂਤ ਤੇ ਜਾਣਕਾਰੀ ਪੁਲਿਸ ਕੋਲ, ਜਾਂਚ ਏਜੰਸੀਆਂ ਕੋਲ ਹੈ, ਜਿਸ ਤੋਂ ਇਹ ਐਸਟੈਬਲਿਸ਼ ਹੁੰਦਾ ਹੈ ਕਿ ਕੌਸ਼ਲ ਚੌਧਰੀ ਗੈਂਗ ਦੇ ਨਾਲ ਦਲੇਰ ਕੋਟੀਆ ਦਾ ਸੰਪਰਕ ਸੀ। ਦਲੇਰ ਕੋਟੀਆ ਕਈ ਫੋਨ ਰੱਖਿਆ ਕਰਦਾ ਸੀ, ਦੱਸਿਆ ਜਾਂਦਾ ਤੇ ਉਸ ਕੋਲ 8 ਤੋਂ 9 ਜਿਹੇ ਫੋਨ ਸੀ ਜਿਨ੍ਹਾਂ ਨੂੰ ਲੈ ਕੇ ਅਮਰੀਕਾ ਦੇ ਵਿੱਚ ਆਪਰੇਟ ਕਰਦਾ ਸੀ। ਤੇ ਇੰਨੇ ਫੋਨ ਅਮਰੀਕਾ, ਨਾਰਥ ਅਮਰੀਕਾ, ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਰੱਖਣ ਦਾ ਇਹੀ ਮਤਲਬ ਹੈ ਕਿ ਕੋਈ ਨਾ ਕੋਈ ਨਜਾਇਜ਼ ਕਾਰੋਬਾਰ ਦੇ ਵਿੱਚ ਉਹ ਇਨਵੋਲਵ ਸੀ। ਇਸ ਦੀ ਕਈ ਜਾਣਕਾਰੀਆਂ ਮਿਲਦੀਆਂ ਨੇ। ਦਲੇਰ ਕੋਟੀਆ ਵੱਲੋਂ ਜਿਹੜੇ ਰੰਗਦਾਰੀਆਂ ਤੇ ਫਰੌਤੀਆਂ ਵਸੂਲਣ ਦਾ ਆਪਣੇ ਪੱਧਰ ਉੱਤੇ ਕੰਮਕਾਜ ਸੀ, ਉਹ ਜ਼ਿਆਦਾਤਰ ਕਰਨਾਲ ਦੇ ਇਲਾਕੇ ਦੇ ਵਿੱਚ ਹੀ ਕੇਂਦਰਿਤ ਸੀ। ਦਲੇਰ ਕੋਟੀਆ ਵੱਲੋਂ ਰੰਗਦਾਰੀਆਂ ਦੀ ਵਸੂਲੀ ਜਿਹੜੇ ਲੋਕਾਂ ਤੋਂ ਕੀਤੀ ਜਾ ਰਹੀ ਸੀ, ਉਸ ਦੇ ਕੇਂਦਰ ਉੱਤੇ ਕਰਨਾਲ ਤੇ ਅਸੰਧ ਇਲਾਕੇ ਦੇ ਕਈ ਮੈਡੀਕਲ ਪ੍ਰੈਕਟੀਸ਼ਨਰ ਸਨ। ਇਹ ਦੱਸਿਆ ਜਾਂਦਾ ਹੈ ਕਿ ਸਾਲ 2021 ਤੇ 2022 ਦੌਰਾਨ ਕਈ ਅਜਿਹੇ ਡਾਕਟਰਾਂ ਨੂੰ ਰੰਗਦਾਰੀ ਤੇ ਫਿਰੌਤੀ ਦੀ ਵਸੂਲੀ ਲਈ ਦਲੇਰ ਕੋਟੀਆ ਨੇ ਅਮਰੀਕਾ ਤੋਂ ਕਾਲਾਂ ਵੀ ਲਾਈਆਂ, ਉਹਨਾਂ ਤੋਂ ਲੱਖਾਂ ਰੁਪਏ ਦੀ ਵਸੂਲੀ ਕੀਤੀ ਵੀ। 2 ਜਿਹੇ ਡਾਕਟਰ ਦੱਸੇ ਜਾਂਦੇ ਨੇ ਜਿਨ੍ਹਾਂ ਤੋਂ ਕਈ ਲੱਖ, ਸ਼ਾਇਦ 20 ਲੱਖ ਤੋਂ ਉੱਤੇ ਦਾ ਅਮਾਉਂਟ ਸੀ ਜੋ ਕਿ ਦਲੇਰ ਕੋਟੀਆ ਨੇ ਰੰਗਦਾਰੀ ਦੇ ਰੂਪ ਵਿੱਚ ਵਸੂਲਿਆ। ਇੱਕ ਤੀਸਰਾ ਡਾਕਟਰ ਜਿਸ ਨੂੰ ਕਰਨਾਲ ਦਾ ਹੀ ਡਾਕਟਰ ਸੀ, ਉਹ ਵੀ ਅਸੰਧ ਇਲਾਕੇ ਦਾ, ਜਿਸ ਨੂੰ ਜਦੋਂ ਫੋਨ ਲਾਇਆ ਜਾਂਦਾ ਹੈ ਦਲੇਰ ਕੋਟੀਆ ਵੱਲੋਂ, ਉਸ ਵੱਲੋਂ ਨਾ ਸਿਰਫ ਰੰਗਦਾਰੀ ਦੇਣ ਤੋਂ ਇਨਕਾਰ ਕਰਤਾ ਗਿਆ, ਬਲਕਿ ਦਲੇਰ ਕੋਟੀਆ ਦੀ ਸ਼ਿਕਾਇਤ ਵੀ ਕਰਨਾਲ ਪੁਲਿਸ ਨੂੰ ਕਰਤੀ ਗਈ, ਜਿਸ ਤੋਂ ਬਾਅਦ ਦਲੇਰ ਕੋਟੀਆ ਦੇ ਖਿਲਾਫ ਇਨਵੈਸਟੀਗੇਸ਼ਨ ਵੀ ਸ਼ੁਰੂ ਹੋਈ। ਦਲੇਰ ਕੋਟੀਆ ਦੀ ਮੰਗ ਉੱਤੇ ਜਦੋਂ ਡਾਕਟਰ ਨੇ ਰੰਗਦਾਰੀ ਦੇਣ ਤੋਂ, ਯਾਨੀ ਕਿ ਤੀਸਰੇ ਡਾਕਟਰ ਨੇ ਰੰਗਦਾਰੀ ਦੇਣ ਤੋਂ ਇਨਕਾਰ ਕਰਤਾ, ਸ਼ਿਕਾਇਤ ਪੁਲਿਸ ਨੂੰ ਕਰਤੀ, ਤਾਂ ਉਸ ਵਕਤ ਦਲੇਰ ਕੋਟੀਆ ਨੂੰ ਸ਼ੂਟਰਾਂ ਦੀ ਲੋੜ ਪਈ। ਦੱਸਿਆ ਜਾਂਦਾ ਹੈ ਕਿ ਕੌਸ਼ਲ ਚੌਧਰੀ ਗੈਂਗ ਵੱਲੋਂ 3 ਸ਼ੂਟਰ ਮੁਹੱਈਆ ਕਰਵਾਏ ਜਾਂਦੇ ਨੇ। ਇਹ 3 ਸ਼ੂਟਰ ਜਾਂਦੇ ਨੇ ਤੇ ਮੀਨਾਕਸ਼ੀ ਕਲੀਨਿਕ ਦੇ ਬਾਹਰ ਜਾ ਕੇ ਗੋਲੀਆਂ ਚਲਾਉਂਦੇ ਨੇ। ਇਹ ਵਾਰਦਾਤ ਜੂਨ-ਜੁਲਾਈ 2022 ਦੇ ਆਸ-ਪਾਸ ਦੀ ਦੱਸੀ ਜਾਂਦੀ ਹੈ। ਇਸ ਕਲੀਨਿਕ ਦੇ ਮਾਲਕ ਵੱਲੋਂ ਰੰਗਦਾਰੀ ਦੇਣ ਤੋਂ ਇਨਕਾਰ ਕੀਤਾ ਗਿਆ ਸੀ। ਬਾਅਦ ਦੇ ਵਿੱਚ ਇਹਨਾਂ ਸ਼ੂਟਰਾਂ ਦੇ ਵਿੱਚੋਂ ਕੁਝ ਦੀ ਗ੍ਰਿਫਤਾਰੀ ਵੀ ਹੋਈ ਤੇ ਉਸ ਤੋਂ ਬਾਅਦ ਹੀ ਕੌਸ਼ਲ ਚੌਧਰੀ ਤੇ ਦਲੇਰ ਕੋਟੀਆ ਦਾ ਨੈਕਸਸ ਸਾਹਮਣੇ ਆਇਆ। ਦਲੇਰ ਕੋਟੀਆ ਨੇ ਵਿੱਕੀ ਗੌਂਡਰ ਜਾਂ ਸ਼ੇਰਾ ਖੁੱਬਣ ਲਈ ਕੋਈ ਅਜਿਹੀ ਵੱਡੀ ਵਾਰਦਾਤ ਕੀਤੀ ਹੋਏ ਇਹਦਾ ਕੋਈ ਵੀ ਰਿਕਾਰਡ ਨਹੀਂ ਹੈ। ਦਲੇਰ ਕੋਟੀਆ ਦੀਆਂ ਅਪਰਾਧਿਕ ਵਾਰਦਾਤਾਂ ਜ਼ਿਆਦਾਤਰ, ਜਿਵੇਂ ਪਹਿਲਾਂ ਜ਼ਿਕਰ ਕੀਤਾ, ਸ਼ਰਾਬ ਦੇ ਕਾਰੋਬਾਰ ਜਾਂ ਫਿਰੌਤੀ ਦੀ ਵਸੂਲੀ, ਰੰਗਦਾਰੀ ਦੀ ਵਸੂਲੀ ਹਰਿਆਣਾ, ਕਰਨਾਲ, ਅਸੰਧ ਦੇ ਇਲਾਕੇ ਤੱਕ ਹੀ ਕੇਂਦਰਿਤ ਰਹੀਆਂ। 7 ਸਮੁੰਦਰੋਂ ਪਾਰ ਬੈਠ ਕੇ ਫਿਰੌਤੀਆਂ, ਰੰਗਦਾਰੀਆਂ ਦੀ ਵਸੂਲੀ ਕਰਨਾਲ ਦੇ ਇਲਾਕੇ ਦੇ ਵਿੱਚ ਕਰਨ ਦਾ, ਗੋਰਖਧਨ ਦਾ ਦਲੇਰ ਕੋਟੀਆ ਦਾ ਚੰਗਾ ਖਾਸਾ ਚੱਲਦਾ ਪਿਆ ਸੀ ਤੇ ਕੌਸ਼ਲ ਚੌਧਰੀ ਗੈਂਗ ਦੇ ਨਾਲ ਵੀ ਇਸ ਦਾ ਟਾਈ ਅਪ ਠੀਕ ਠਾਕ ਕੰਮ ਕਰ ਰਿਹਾ ਸੀ। ਲੇਕਿਨ ਮਾਰਚ 2022 ਆਉਂਦਿਆਂ ਆਪਰੇਸ਼ਨ 3P ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਚਲਾਇਆ ਗਿਆ ਸੀ। ਤੁਹਾਨੂੰ ਯਾਦ ਹੋਏਗਾ, ਸੰਦੀਪ ਨੰਗਲ ਅੰਬੀਆਂ ਦੇ ਕਤਲ ਕੇਸ ਦੇ ਵਿੱਚ ਇਨਵੋਲਵ ਕੁਝ ਸ਼ੂਟਰ ਜੋ ਕਿ ਵਿੱਕੀ ਮਿੱਡੂ ਖੇੜਾ ਕੇਸ ਦੇ ਵਿੱਚ ਵੀ ਇਨਵੋਲਵ ਸ਼ੂਟਰ ਸਨ। ਕੌਸ਼ਲ ਚੌਧਰੀ ਤੇ ਲੱਕੀ ਪਟਿਆਲ, ਦਵਿੰਦਰ ਬੰਬੀਹਾ ਗੈਂਗ ਦੀ ਭੂਮਿਕਾ, ਇਹਨਾਂ ਦੋਹਾਂ ਮਰਡਰ ਜੋ ਕਿ ਅਗਸਤ 2021 ਤੇ ਮਾਰਚ 2022 ਵਿੱਕੀ ਮਿੱਡੂ ਖੇੜਾ ਤੇ ਸੰਦੀਪ ਨੰਗਲ ਅੰਬੀ ਦੇ ਕਤਲ ਹੋਏ ਸੀ। ਸੋ ਕੌਸ਼ਲ ਚੌਧਰੀ ਦੇ ਜਿਹੜੇ ਸ਼ੂਟਰ ਸੀ ਉਹ ਫੜੇ ਜਾਂਦੇ ਨੇ। 30 ਮਾਰਚ ਦੇ ਆਸ-ਪਾਸ ਜਿਹੜਾ ਆਪਰੇਸ਼ਨ 3P ਚਲਾਇਆ ਗਿਆ, ਆਪਾਂ ਰਿਪੋਰਟ ਵੀ ਉਸ ਵਕਤ ਬਣਾਈ ਸੀ। ਉਸੇ ਤੋਂ ਬਾਅਦ ਜਿਹੜੇ ਖੁਲਾਸੇ ਹੋਏ, ਸਿੱਧੂ ਮੂਸੇਵਾਲਾ ਦੇ ਕਥਿਤ ਮੈਨੇਜਰ ਸ਼ਗਨਪ੍ਰੀਤ ਦਾ ਨਾਮ ਆਇਆ, ਉਹ ਸਾਰੀ ਦੀ ਸਾਰੀਆਂ ਘਟਨਾਵਾਂ ਜੁੜਦੀਆਂ ਨੇ। ਲੇਕਿਨ ਇਹ ਜਿਹੜੀ ਗ੍ਰਿਫਤਾਰੀ ਇੱਕ ਹੀ ਦਿਨ ਤੇ ਇੱਕ ਹੀ ਸਮੇਂ ਦੇ ਟਾਈਮ ਫਰੇਮ ਦੇ ਵਿੱਚ ਦੇਸ਼ ਦੇ ਕਈ ਸ਼ਹਿਰਾਂ ਦੇ ਵਿੱਚ ਛਾਪੇਮਾਰੀ ਕਰਕੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਤਕਰੀਬਨ 11 ਤੋਂ 12 ਕੌਸ਼ਲ ਚੌਧਰੀ ਤੇ ਲੱਕੀ ਪਟਿਆਲ ਜਿਹੜਾ ਗੈਂਗ ਸੀ, ਇਹਨਾਂ ਦੇ ਗੁਰਗੇ ਫੜੇ ਸੀ ਤੇ ਉਹਨਾਂ ਵਿੱਚੋਂ 3 ਮੇਨ ਸ਼ੂਟਰ ਸਨ, ਸੱਜਣ ਭੋਲੂ, ਅਨਿਲ ਲੱਠ ਤੇ ਸਨੀ ਲੈਫਟੀ। ਇਹ ਵਾਰਦਾਤਾਂ ਦੇ ਵਿੱਚ, ਡਾਇਰੈਕਟਲੀ ਵਾਰਦਾਤਾਂ ਦੇ ਵਿੱਚ ਇਨਵੋਲਵ ਸਨ।
ਇੱਕ ਵੱਡਾ ਆਪਰੇਸ਼ਨ ਸੀ। ਇੱਕ ਹੀ ਝਟਕੇ ਤੇ ਇੱਕ ਬੜੇ ਵੱਡੇ ਆਪਰੇਸ਼ਨ ਦੇ ਵਿੱਚ ਐਡੀ ਵੱਡੀ ਗਿਣਤੀ ਦੇ ਵਿੱਚ ਕੌਸ਼ਲ ਚੌਧਰੀ ਤੇ ਬੰਬੀਹਾ ਗੈਂਗ ਦੇ ਗੁਰਗਿਆਂ ਦਾ ਸ਼ੂਟਰਾਂ ਦਾ ਗ੍ਰਿਫਤਾਰ ਹੋ ਜਾਣਾ, ਉਹ ਸ਼ੂਟਰ ਜੋ ਕਿ ਮਿੱਡੂ ਖੇੜਾ ਅਤੇ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਕਈ ਮਹੀਨੇ ਬਾਅਦ ਤੱਕ ਵੀ ਨਹੀਂ ਫੜੇ ਗਏ ਸਨ, ਉਹ ਮਾਰਚ 2022 ਦੇ ਵਿੱਚ ਕਿਵੇਂ ਫੜੇ ਗਏ? ਇਸ ਤਰੀਕੇ ਦੇ ਸਵਾਲ ਉਸ ਵਕਤ ਤੇ ਸ਼ੱਕ ਉਭਰੇ ਕਿ ਉਹ ਕਮਾਂਡ ਕੰਟਰੋਲ ਸੈਂਟਰ ਜਿਸ ਨੂੰ ਕਿ ਦਲੇਰ ਕੋਟੀਆ ਹੈਂਡਲ ਕਰਦਾ ਆ ਰਿਹਾ ਸੀ, ਉਸ ਕਮਾਂਡ ਸੈਂਟਰ ਜਾਂ ਉਹਨਾਂ ਲੋਕਾਂ ਦੀ ਹੈਂਡਲਿੰਗ ਦੇ ਵਿੱਚ ਕੁਝ ਗੜਬੜ ਹੋਈ, ਇਨਫੋਰਮੇਸ਼ਨ ਲੀਕ ਹੋਈ, ਪਾਸ ਆਨ ਹੋਈ, ਪੁਲਿਸ ਤੱਕ ਪਹੁੰਚੀ, ਜਿਸ ਤੋਂ ਬਾਅਦ ਇਹ ਸਾਰਾ ਦਾ ਸਾਰਾ ਗੈਂਗ ਬਸਟ ਹੋਇਆ। ਇਹ ਸਾਰੇ ਦੇ ਸਾਰੇ ਸ਼ੂਟਰ ਗ੍ਰਿਫਤਾਰ ਕੀਤੇ ਗਏ। ਇੱਕ ਬੜਾ ਵੱਡਾ ਗੈਂਗ ਲਈ ਸੈਟਬੈਕ ਸੀ, ਜਿਸ ਤੋਂ ਬਾਅਦ ਮੰਨਿਆ ਜਾਂਦਾ ਕਿ ਕੌਸ਼ਲ ਚੌਧਰੀ ਅਤੇ ਦਲੇਰ ਕੋਟੀਆ ਤੇ ਆਪਸੀ ਜਿਹੜੇ ਸੰਬੰਧ ਸੀ ਉਹ ਵੀ ਕੋਈ ਓਡੇ ਸੁਖਾਵੇਂ ਨਹੀਂ ਰਹੇ। ਦਲੇਰ ਕੋਟੀਆ ਵੱਲੋਂ ਇਸ ਤੋਂ ਬਾਅਦ ਵੀ ਗਤੀਵਿਧੀਆਂ, ਵਾਰਦਾਤਾਂ ਕਰਵਾਈਆਂ ਜਾਂਦੀਆਂ ਰਹੀਆਂ। ਉਸ ਦੇ ਸ਼ੂਟਰ, ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਡਾਕਟਰ ਦੇ ਕਲੀਨਿਕ ਉੱਤੇ ਗੋਲੀ ਚਲਾਉਂਦੇ ਨੇ, ਮੀਨਾਕਸ਼ੀ ਕਲੀਨਿਕ ਉੱਤੇ। ਉਸ ਤੋਂ ਬਾਅਦ ਜਿਹੜੀ ਗ੍ਰਿਫਤਾਰੀ ਕੀਤੀ ਜਾਂਦੀ ਹੈ ਉਸ ਦੌਰਾਨ ਪਤਾ ਲੱਗਦਾ ਹੈ ਕਿ ਇਹ ਸ਼ੂਟਰ ਵੀ ਆਪਸ ਦੇ ਵਿੱਚ ਇਹਨਾਂ ਗੈਂਗ ਦੀ ਕੋਲੈਬੋਰੇਸ਼ਨ ਦੇ ਵਜੋਂ ਹੀ ਉਸ ਪਲੈਨਿੰਗ ਦੇ ਤਹਿਤ ਹੀ ਕੰਮ ਕਰਦੇ ਪਏ ਸਨ। ਸੋ ਦਲੇਰ ਕੋਟੀਆ ਐਸੈਂਸ਼ੀਅਲੀ ਵਿੱਕੀ ਗੌਂਡਰ ਦੇ ਨਾਲ ਕਿਸੇ ਸਮੇਂ ਇਨਵੋਲਵ ਰਿਹਾ, ਲੇਕਿਨ ਕੋਈ ਵੱਡੀਆਂ ਵਾਰਦਾਤਾਂ ਉਸ ਦੇ ਨਾਂ ਤੇ ਨਹੀਂ ਸਨ। ਇਸ ਦੇ ਜ਼ਿਆਦਾਤਰ ਝਗੜੇ, ਜ਼ਿਆਦਾਤਰ ਕ੍ਰਿਮੀਨਲ ਅਪਰਾਧਿਕ ਬੈਕਗਰਾਉਂਡ ਕਰਨਾਲ ਜ਼ਿਲ੍ਹੇ ਦੇ ਨਾਲ ਤਾਲੁਕ ਰੱਖਦਾ। ਇਹੀ ਕਾਰਨ ਹੈ ਕਿ 2 ਹਫ਼ਤੇ ਪਹਿਲਾਂ ਕਰਨਾਲ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਸੀ, ਉਹਨਾਂ ਨੇ ਕਿਹਾ ਸੀ ਕਿ ਅਮਰੀਕਾ ਦੀ ਅਦਾਲਤ ਦੇ ਵਿੱਚ ਇੱਕ ਅਰਜ਼ੀ ਦੇਣਗੇ, ਅਮਰੀਕਾ ਦੀ ਅਦਾਲਤ ਦੇ ਵਿੱਚ ਗੁਹਾਰ ਕਰਨਗੇ ਕਿ ਦਲੇਰ ਕੋਟੀਆ ਜੋ ਕਿ ਅਮਰੀਕਾ ਦੀ ਧਰਤੀ ਕੈਲੀਫੋਰਨੀਆ ਦੇ ਅਲੱਗ-ਅਲੱਗ ਸ਼ਹਿਰਾਂ ਤੋਂ ਆਪਰੇਟ ਕਰਦਾ ਹੈ, ਉੱਥੋਂ ਬੈਠ ਕੇ ਉਸ ਦਾ ਪੂਰਾ ਸਿਸਟਮ ਚੱਲਦਾ ਹੈ। ਕਰਨਾਲ ਪੁਲਿਸ ਵੱਲੋਂ ਅਮਰੀਕਾ ਦੀ ਅਦਾਲਤਾਂ ਦੇ ਵਿੱਚ ਇਸ ਤਰੀਕੇ ਦੀ ਅਰਜ਼ੀ ਪਾ ਕੇ ਕੋਸ਼ਿਸ਼ ਇਹ ਕੀਤੀ ਜਾਣੀ ਸੀ ਕਿ ਦਲੇਰ ਕੋਟੀਆ ਦੀ ਐਕਸਟ੍ਰਾਡੀਸ਼ਨ ਹੋਵੇ। ਦਲੇਰ ਕੋਟੀਆ ਦੇ ਕਈ ਗੁਰਗੇ ਪਹਿਲਾਂ ਫੜੇ ਜਾ ਚੁੱਕੇ ਨੇ, ਲੇਕਿਨ ਅਪਰਾਧਿਕ ਵਾਰਦਾਤਾਂ ਜਿਸ ਵਿੱਚ ਉਹ ਇਨਵੋਲਵ ਰਿਹਾ ਉਸ ਲਈ ਉਸ ਨੂੰ ਅਕਾਊਂਟੇਬਲ ਜ਼ਰੂਰ ਠਹਿਰਾਇਆ ਜਾ ਸਕੇ। ਸੋ ਇਹ ਕੋਸ਼ਿਸ਼ ਕਵਾਇਦ ਦੇ ਵਿੱਚ ਕਰਨਾਲ ਪੁਲਿਸ ਲੱਗੀ ਹੋਈ ਸੀ। ਲੇਕਿਨ ਕੁਝ ਮਹੀਨੇ ਪਹਿਲਾਂ NIA ਨੇ ਜਦੋਂ ਸੂਚੀਆਂ ਜਾਰੀ ਕੀਤੀਆਂ, ਦਲੇਰ ਕੋਟੀਆ ਦਾ ਪੂਰਾ ਜਿਹੜਾ ਨੈਕਸਸ ਸੀ, ਅਪਰਾਧਿਕ ਉਸ ਦੀ ਜਿਹੜਾ ਨੈਟਵਰਕ ਸੀ, ਉਸ ਨੂੰ ਦਵਿੰਦਰ ਬੰਬੀਹਾ ਤੇ ਲੱਕੀ ਪਟਿਆਲ ਦੇ ਨਾਲ ਜੋੜ ਕੇ ਹਮੇਸ਼ਾ ਹੀ ਦੇਖਿਆ ਜਾ ਰਿਹਾ ਸੀ। ਇਹੀ ਕਾਰਨ ਸੀ ਕਿ NIA ਜਦੋਂ ਵੀ ਛਾਪੇਮਾਰੀ ਕਰਦੀ ਹੈ, ਜਦੋਂ ਵੀ ਅਪਰਾਧੀਆਂ ਉੱਤੇ ਇਨਾਮ ਘੋਸ਼ਿਤ ਕਰਦੀ ਹੈ, ਕੁਝ ਮਹੀਨੇ ਪਹਿਲਾਂ ਜਿਹੜੀ ਕਿ ਚਾਰਜਸ਼ੀਟ 2 ਅਲੱਗ-ਅਲੱਗ ਕੇਸਾਂ ਦੇ ਵਿੱਚ ਅਲੱਗ-ਅਲੱਗ ਲੀਗਸ ਦੇ ਖਿਲਾਫ ਜਿਹੜੇ ਮੁਕੱਦਮੇ ਦਰਜ ਕੀਤੇ ਗਏ ਦਿੱਲੀ ਪੁਲਿਸ ਵੱਲੋਂ, ਬਾਅਦ ਦੇ ਵਿੱਚ NIA ਨੇ ਉਹਨਾਂ ਦੀ ਇਨਵੈਸਟੀਗੇਸ਼ਨ ਆਪਣੇ ਹੱਥ ਵਿੱਚ ਲਈ। ਉਹਨਾਂ ਕੇਸਾਂ ਦੇ ਵਿੱਚ ਵੀ ਦਲੇਰ ਕੋਟੀਆ ਦਾ ਨਾਂ ਉਸ ਸੂਚੀ ਦੇ ਵਿੱਚ ਵੀ ਆਇਆ। ਜਿਹੜੇ ਭਾਰਤ ਤੇ ਹਰਿਆਣਾ ਤੇ ਪੰਜਾਬ ਦੇ ਮੋਸਟ ਵਾਂਟਡ ਕ੍ਰਿਮੀਨਲ ਗੈਂਗਸਟਰ ਹੈਗੇ ਨੇ, ਵਿਦੇਸ਼ਾਂ ਵਿੱਚ ਆਪਰੇਟ ਕਰ ਰਹੇ ਨੇ, ਉਸ ਦੇ ਸਿਰ ਉੱਤੇ ਨਾਂ ਵੀ ਰੱਖਿਆ ਗਿਆ। ਦਲੇਰ ਕੋਟੀਆ ਦਾ ਨਾਂ ਉਸ ਚਾਰਜਸ਼ੀਟ ਦੇ ਵਿੱਚ ਵੀ ਸ਼ਾਮਲ ਕੀਤਾ ਗਿਆ ਜਿਸ ਵਿੱਚ ਲੱਕੀ ਪਟਿਆਲ, ਕੌਸ਼ਲ ਚੌਧਰੀ ਤੇ ਬੰਬੀਹਾ ਗੈਂਗ ਦੇ ਕੁਝ ਗੈਂਗਸਟਰਾਂ ਦੇ ਕ੍ਰਿਮੀਨਲਸ ਦੇ ਖਿਲਾਫ ਕਾਰਵਾਈ ਹੋਈ ਸੀ। ਛਾਪੇਮਾਰੀਆਂ ਦੇ ਵਿੱਚ ਇਹਨਾਂ ਸਾਰੇ ਦੇ ਸਾਰੇ ਜਿਹੜੇ ਹੈਂਡਲਰ ਸੀ, ਆਪਰੇਟਿਵ ਸੀ, ਜਿਨ੍ਹਾਂ ਵਿੱਚੋਂ ਕਈ ਜੇਲ੍ਹ ਦੇ ਵਿੱਚ ਨੇ, ਕਈ ਫਰਾਰ ਹੈਗੇ ਨੇ, ਕਈ ਵਿਦੇਸ਼ਾਂ ਤੋਂ ਬੈਠ ਕੇ ਆਪਰੇਟ ਕਰ ਰਹੇ ਨੇ, ਉਹਨਾਂ ਦੇ ਟਿਕਾਣਿਆਂ, ਉਹਨਾਂ ਦੇ ਘਰਾਂ ਉੱਤੇ ਬਾਕਾਇਦਾ NIA ਨੇ ਛਾਪੇ ਮਾਰੇ ਸਨ। ਲੇਕਿਨ ਦਲੇਰ ਕੋਟੀਆ ਦੀ ਇਸ ਡਿਟੈਂਸ਼ਨ ਦੀਆਂ ਜਿਹੜੀਆਂ ਅਨਕਨਫਰਮਡ ਤੇ ਅਨਵੈਰੀਫਾਈਡ ਰਿਪੋਰਟਸ ਹੈਗੀਆਂ ਨੇ, ਜੋ ਕਿ ਅੱਜ ਦੀ ਮੇਰੀ ਇਸ ਰਿਪੋਰਟ ਬਣਾਉਣ ਦਾ ਸਬਬ ਹੈ, ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਨਫਰਮ ਹੋਣਗੀਆਂ। ਇਹ ਚੀਜ਼ ਕਲੀਅਰ ਹੈ ਕਿ ਦਲੇਰ ਕੋਟੀਆ ਦੀ ਜਿਹੜੀ ਗ੍ਰਿਫਤਾਰੀ ਹੋਈ ਹੈ ਉਹ ਕੈਲੀਫੋਰਨੀਆ ਦੇ ਲੈਵਲ ਉੱਤੇ ਹੀ ਹੋਈ ਹੈ। ਇਸ ਦੇ ਵਿੱਚ ਫੈਡਰਲ FBI ਦੇ ਏਜੰਟਸ ਇਨਵੋਲਵ ਹੋ ਸਕਦੇ ਨੇ ਕਿ ਭਾਰਤ ਸਰਕਾਰ, NIA ਜਾਂ ਕਰਨਾਲ ਪੁਲਿਸ ਦੀ ਡਿਮਾਂਡ ਉੱਤੇ ਦਲੇਰ ਕੋਟੀਆ ਨੂੰ ਫੜਿਆ ਗਿਆ ਹੈ, ਉਸ ਨੂੰ ਡਿਟੇਨ ਕੀਤਾ ਗਿਆ ਹੈ। ਇਹ ਜਿਹੜੀਆਂ ਤਸਵੀਰਾਂ ਅੱਜ ਮੈਂ ਦਿਖਾਈਆਂ ਨੇ ਜਿਸ ਵਿੱਚ ਕਿ ਗੱਡੀ ਦੇ ਵਿੱਚ ਦਲੇਰ ਕੋਟੀਆ ਬੈਠਾ ਹੈ, ਇਹ ਤਸਵੀਰਾਂ ਉਸ ਦੀਆਂ ਪਹਿਲਾਂ ਕਦੇ ਨਸ਼ਰ ਨਹੀਂ ਹੋਈਆਂ। ਸੋ ਪੋਸੀਬਲੀ ਉਸ ਦੀ ਡਿਟੈਂਸ਼ਨ ਹੋਈ ਹੈ, ਸਾਨੂੰ ਨਹੀਂ ਪਤਾ। ਅਮਰੀਕਾ ਦੇ ਵਿੱਚ ਅਕਸਰ ਡਿਟੈਂਸ਼ਨ ਹੋ ਕੇ ਬਾਅਦ ਦੇ ਵਿੱਚ ਜੇ ਚਾਰजेस ਸਬਸਟੈਂਸ਼ੀਏਟ ਨਾ ਹੋਣ, ਬੌਂਡ ਭਰਵਾ ਕੇ ਜ਼ਮਾਨਤਾਂ ਦੇ ਉੱਤੇ ਵੀ ਲੋਕਾਂ ਨੂੰ ਛੱਡਿਆ ਜਾ ਸਕਦਾ ਹੈ, ਕ੍ਰਿਮੀਨਲ ਨੂੰ ਛੱਡਿਆ ਜਾ ਸਕਦਾ ਹੈ। ਮੈਂ ਰਿਪੋਰਟ ਦੇ ਪਹਿਲੇ ਹਿੱਸੇ ਦੇ ਵਿੱਚ ਜ਼ਿਕਰ ਕਰ ਚੁੱਕਾ ਕਿ ਦਲੇਰ ਕੋਟੀਆ ਦੇ ਕੋਲ ਇੱਕ ਸਟੇਟਸ ਸੀ, ਫਰਜ਼ੀ ਪਛਾਣ ਉੱਤੇ ਪਾਸਪੋਰਟ ਬਣਾ ਕੇ ਉਹ ਵਿਦੇਸ਼ ਨਹੀਂ ਨਿਕਲਿਆ। ਉਸਨੇ ਉੱਥੇ ਬਕਾਇਦਾ ਇੱਕ ਬਿਜ਼ਨਸ ਖੋਲਿਆ, ਇੱਕ ਕੰਪਨੀ ਉਸ ਦੀ ਚੱਲਦੀ ਸੀ, ਟਰੱਕਿੰਗ ਦੀ ਕੰਪਨੀ ਚੱਲਦੀ ਸੀ। ਸੋ ਕਾਰੋਬਾਰ ਕਰਦਾ ਪਿਆ ਹੈ, ਉੱਥੇ ਟੈਕਸ ਵੀ ਪੇ ਕਰ ਰਿਹਾ ਹੋਏਗਾ, ਕਾਗਜ਼ਾਂ ਦੇ ਵਿੱਚ ਲੀਗਲ ਸਟੇਟਸ ਉਸ ਕੋਲ ਹੈ। ਸੋ ਕਿੱਡਾ ਔਖਾ ਸੌਖਾ ਹੋਏਗਾ ਜੇ ਜਾਂਚ ਏਜੰਸੀਆਂ ਉਸ ਨੂੰ ਭਾਰਤ ਡਿਪੋਰਟ ਜਾਂ ਐਕਸਟ੍ਰਾਡਾਈਟ ਕਰਾਉਣਾ ਚਾਹ ਰਹੀਆਂ ਨੇ ਉਹਨਾਂ ਲਈ। ਤੇ ਇਹ ਵੀ ਦੇਖਣਾ ਹੋਏਗਾ ਕਿ ਅਮਰੀਕਾ ਦਾ ਕਾਨੂੰਨ ਤੇ ਉੱਥੋਂ ਦੀਆਂ ਜਾਂਚ ਏਜੰਸੀਆਂ ਕਿੰਨੀ ਕੁ ਮਦਦ ਕਰਦੀਆਂ ਨੇ ਦਲੇਰ ਕੋਟੀਆ ਨੂੰ ਵਾਪਸ ਭਾਰਤ ਦੇ ਵਿੱਚ ਡਿਪੋਰਟ ਕਰਨ ਲਈ। ਸੋ ਇਹ ਦਲੇਰ ਕੋਟੀਆ ਦੇ ਨਾਲ ਜੁੜੀ ਹੋਈ ਗੱਲਬਾਤ ਹੈ। ਅੱਜ ਤੋਂ ਸ਼ਾਇਦ 1.5 ਸਾਲ ਪਹਿਲਾਂ ਦਲੇਰ ਕੋਟੀਆ ਨੇ ਕੁਝ ਸੋਸ਼ਲ ਮੀਡੀਆ ਚੈਨਲਸ ਨੂੰ ਇੰਟਰਵਿਊ ਵੀ ਦਿੱਤੇ। ਕਈ ਲੈਵਲ ਦੇ ਉੱਤੇ ਦਲੇਰ ਕੋਟੀਆ ਨੇ ਟੈਲੀਫੋਨ ਦੇ ਉੱਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ। ਇਹ ਵੀ ਦੱਸਿਆ ਕਿ ਉਸ ਨਾਲ ਵਧੀਕੀ ਹੋਈ ਹੈ। ਇੱਕ ਜਿਹੜਾ ਜ਼ਿਕਰ ਮੈਂ ਕਰਨਾ ਭੁੱਲ ਗਿਆ ਕਿ ਦਲੇਰ ਕੋਟੀਆ ਦੇ ਖਿਲਾਫ ਹਰਿਆਣਾ ਦੀ ਅਸੰਧ ਤੇ ਕਰਨਾਲ ਇਲਾਕੇ ਦੀ ਪੁਲਿਸ ਨੇ ਦਬਿਸ਼ ਤੇ ਸਖਤੀ ਬਹੁਤ ਕੀਤੀ ਹੈ। ਉਸ ਦੇ ਰਿਸ਼ਤੇਦਾਰਾਂ ਦੇ ਨਾਲ ਵੀ ਸਖਤੀ ਕੀਤੀ ਗਈ ਹੈ ਕਿਉਂਕਿ ਫਿਰੌਤੀ ਤੇ ਰੰਗਦਾਰੀ ਦੀ ਜਿਹੜੀ ਕਾਲਾਂ ਦਾ ਸਿਲਸਿਲਾ ਬੰਦ ਨਹੀਂ ਹੋ ਰਿਹਾ।
ਕੁਝ ਮਹੀਨੇ ਪਹਿਲਾਂ ਹੀ ਉਸ ਦੇ ਘਰ ਦੇ ਉੱਤੇ ਬੁਲਡੋਜ਼ਰ ਵੀ ਚਲਾਏ ਗਏ, ਜੋ ਕਿ ਇੱਕ ਉੱਤਰ ਪ੍ਰਦੇਸ਼ ਦੇ ਗੈਂਗਸਟਰਾਂ ਦੇ ਖਿਲਾਫ ਕੰਮ ਕਰਨ ਦੀ ਇੱਕ ਸ਼ੈਲੀ ਹੈ, ਇੱਕ ਢੰਗ ਤਰੀਕਾ ਹੈ। ਸੋ ਉਸ ਨੂੰ ਹਰਿਆਣਾ ਦੇ ਵਿੱਚ ਵਰਤਿਆ ਗਿਆ। ਪੋਸੀਬਲੀ ਇਸ ਇਲਾਕੇ ਦਾ ਪਹਿਲਾ ਜਿਹਾ ਗੈਂਗਸਟਰ ਜਿਸ ਦੇ ਘਰ ਦੇ ਉੱਤੇ ਬੁਲਡੋਜ਼ਰ ਚਲਿਆ ਉਹ ਦਲੇਰ ਕੋਟੀਆ ਸੀ। ਅਕਸਰ ਆਟੋਮੈਟਿਕ ਵੈਪਨ ਅਸੌਲਟ ਰਾਈਫਲਾਂ ਦੇ ਨਾਲ ਦਲੇਰ ਕੋਟੀਆ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਆਪਣੀਆਂ ਪਾ ਕੇ, ਪੋਸਟ ਆਪਣੀਆਂ ਪਾ ਕੇ ਆਪਣੀ ਇੱਕ ਇਮੇਜ ਨੂੰ ਮੇਨਟੇਨ ਕਰਦਾ ਪਿਆ ਹੈ, ਇੱਕ ਖਤਰਨਾਕ ਕ੍ਰਿਮੀਨਲ ਦੀ, ਇੱਕ ਗੈਂਗਸਟਰ ਦੀ। ਲੇਕਿਨ ਜੇ ਉਸ ਦੀ ਗ੍ਰਿਫਤਾਰੀ ਹੋ ਗਈ ਹੈ, ਉਸ ਦੇ ਖਿਲਾਫ ਹਰਿਆਣਾ ਪੁਲਿਸ ਕੋਲ, ਕਰਨਾਲ ਪੁਲਿਸ ਕੋਲ ਤੇ NIA ਕੋਲ ਸਫੀਸ਼ੀਐਂਟ ਐਵੀਡੈਂਸ ਹੈ, ਜਿਸ ਤੋਂ ਇਹ ਸਥਾਪਿਤ ਹੁੰਦਾ ਹੈ ਕਿ ਦਲੇਰ ਕੋਟੀਆ ਇਹਨਾਂ ਅਪਰਾਧਿਕ ਵਾਰਦਾਤਾਂ ਦੇ ਵਿੱਚ ਅਸੰਧ ਤੇ ਹਰਿਆਣੇ ਦੇ ਇਲਾਕਿਆਂ ਦੇ ਵਿੱਚ ਇਨਵੋਲਵ ਰਿਹਾ। ਸੋ ਆਉਣ ਵਾਲੇ ਦਿਨਾਂ ਵਿੱਚ ਵੇਖਾਂਗੇ ਕਿ ਜਿਹੜੀਆਂ ਅਨਕਨਫਰਮਡ ਰਿਪੋਰਟਸ ਨੇ ਕੀ ਇਹ ਕਨਫਰਮ ਹੋ ਪਾਣਗੀਆਂ, ਨਹੀਂ ਹੋ ਪਾਣਗੀਆਂ। ਐਜ਼ ਆਈ ਸਪੀਕ ਜਦੋਂ ਰਿਪੋਰਟ ਬਣਦੀ ਪਈ ਹੈ, ਹੋ ਸਕਦਾ ਕੁਝ ਘੰਟੇ ਬਾਅਦ ਹੀ ਤੁਹਾਨੂੰ ਇਹ ਖਬਰ ਮਿਲ ਜਾਏ, ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਅਮਰੀਕਾ, ਨਾਰਥ ਅਮਰੀਕਾ, ਕੈਨੇਡਾ ਦੇ ਕੰਟੈਕਟਸ ਦੇ ਵਿੱਚ ਪਾਰਦਰਸ਼ੀ ਤਰੀਕੇ ਦੇ ਨਾਲ ਜਾਣਕਾਰੀਆਂ ਬਹੁਤ ਹੀ ਔਖੀਆਂ ਮਿਲਦੀਆਂ ਨੇ। ਜੇ ਕੋਈ ਡਿਟੈਂਸ਼ਨ ਕਾਗਜ਼ੀ ਤੌਰ ਦੇ ਉੱਤੇ ਕੋਈ ਕਾਰਵਾਈ ਪੱਕੀ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ, ਉਸੇ ਵਕਤ ਜਿਹੜੇ ਮੁਲਜ਼ਮ ਹੁੰਦੇ ਨੇ, ਐਕਿਊਜ਼ਡ ਹੁੰਦੇ ਨੇ, ਉਹਨਾਂ ਦੇ ਨਾਂ ਨਸ਼ਰ ਕੀਤੇ ਜਾਂਦੇ ਨੇ। ਅਦਰਵਾਈਜ਼ ਜਦ ਤੱਕ ਚਾਰਜਿਸ ਸਬਸਟੈਂਸ਼ੀਏਟ ਨਹੀਂ ਹੁੰਦੇ, ਚਾਰਜ ਜਿਹਨੂੰ ਕਹਿ ਸਕਦੇ ਹਾਂ ਕਿ ਤੈਅ ਨਹੀਂ ਕੀਤੇ ਜਾਂਦੇ, ਤਦ ਤੱਕ ਐਕਿਊਜ਼ ਦੇ ਨਾਂ ਤੱਕ ਇੱਥੋਂ ਦੀਆਂ ਜਾਂਚ ਏਜੰਸੀਆਂ ਦੱਸਦੀਆਂ ਨਹੀਂ, ਪੁਲਿਸ ਦੱਸਦੀ ਨਹੀਂ ਹੈ। ਇਸ ਕੇਸ ਦੇ ਵਿੱਚ ਕੀ ਇੱਕ ਇੰਟਰਨੈਸ਼ਨਲ ਲੈਵਲ ਦੀ ਏਜੰਸੀ ਜਾਂ ਭਾਰਤ ਦੀ ਜਾਂਚ ਏਜੰਸੀਆਂ ਵੱਲੋਂ ਮੰਗ ਤੋਂ ਬਾਅਦ ਕੀਤੀ ਗਈ ਕਾਰਵਾਈ ਹੈ, ਇਸ ਬਾਰੇ ਵੀ ਅਜੇ ਤੱਕ ਕੋਈ ਕਨਫਰਮੇਸ਼ਨ ਨਹੀਂ ਹੈ। ਸੋ ਜੇ ਇਸ ਦੇ ਕੇਸ ਦੇ ਵਿੱਚ ਕੋਈ ਵੱਡੀ ਅਪਡੇਟ ਹੋਏਗੀ, ਮੈਂ ਲੈ ਕੇ ਤੁਹਾਡੇ ਸਾਹਮਣੇ ਜ਼ਰੂਰ ਹਾਜ਼ਰ ਹੋਵਾਂਗਾ। ਅੱਜ ਦੀ ਰਿਪੋਰਟ ਇੱਥੋਂ ਤੱਕ ਹੀ ਸੀ। ਬਹੁਤ ਬਹੁਤ ਸ਼ੁਕਰੀਆ ਇਸ ਰਿਪੋਰਟ ਨੂੰ ਵੇਖਣ ਲਈ। ਇੱਕ ਹੋਰ ਰਿਪੋਰਟ ਲੈ ਕੇ ਫੇਰ ਹੁੰਦੀ ਹੈ ਮੁਲਾਕਾਤ। ਧੰਨਵਾਦ।